गुरु रूप गुरु प्यारी गुरु खालसा साध संगत जी, आओ सब तो पहला शहीद पिता दे पुत्र शहीद पुत्रां दे पिता सरबंस दानी साहिब कमाल धन गुरु गोबिंद सिंह महाराज जियां वालों बख्शिश की हुई फतेह बुलाइए। कोई भी रसना वांझी ना रहे। सारी संगत गज के आखो जी वाहिगुरु जी का खालसा वाहिगुरु जी की फतेह। सतगुरु जियां ने अपार रहमत की है, अपार बख्शिश की है, जो कि सानू सत संग दियां वडमुलियां घड़ियां महाराज जियां ने बख्शिश कीतियां हन। सतगुरु जियां ने अपनी उस्तत करन दा सुभागा समा बख्शिश कीता है। गुरमुखो महाराज जियां दा फरमान है, महाराज कहंदे समा ओही लेखे विच है जिहड़ा ओ अकाल पुरख वाहिगुरू जी दी याद अंदर गुजरदा है। बाकी घड़ियां तां सारियां ही व्यर्थ हन, बाकी जिन्ने कामकार तू करदा सारे व्यर्थ हन। समा ओही लेखे विच है, ओही समय दी कदर पैगी ਜਿਹੜੇ ਸਮੇਂ ਵਿੱਚ ਰਹਿ ਕੇ ਤੂੰ ਵਾਹਿਗੁਰੂ ਜੀ ਨੂੰ ਯਾਦ ਕੀਤਾ ਹੋਇਆ, ਜਿਹੜੇ ਸਮੇਂ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਦੀ ਆਰਾਧਨਾ ਕੀਤੀ ਹੋਈ। ਸੋ ਸਾਡੇ ਵੱਡੇ ਭਾਗ ਹਨ ਜੋ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਅਪਾਰ ਰਹਿਮਤ ਸਦਕਾ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਵੱਲੋਂ ਉਚਾਰਨ ਕੀਤੀ ਹੋਈ ਬਾਣੀ ਸ਼੍ਰੀ ਸੁਖਮਨੀ ਸਾਹਿਬ ਜੀਆਂ ਦੇ ਆਪਾਂ ਹਰ ਰੋਜ਼ ਅਖਰੀ ਅਰਥ ਸਰਵਣ ਕਰਦੇ ਹਾਂ। ਕੱਲ ਆਪ ਜੀਆਂ ਨੇ ਤੀਸਰੀ ਅਸ਼ਟਪਦੀ ਦੇ ਤੀਜੀ ਅਸ਼ਟਪਦੀ ਦੇ ਅਖਰੀ ਵਿਚਾਰ ਅਖਰੀ ਅਰਥ ਬਾਣੀ ਦੀ ਵਿਚਾਰ ਸਰਵਣ ਕੀਤੀ ਹੈ। ਆਓ ਅੱਜ ਚੌਥੀ ਅਸ਼ਟਪਦੀ ਦੀ ਵਿਚਾਰ ਆਰੰਭ ਹੋਣ ਲੱਗੀ ਹੈ। ਚੌਥੀ ਅਸ਼ਟਪਦੀ ਦੇ ਅੱਜ ਆਪਾਂ 4 ਪਦਿਆਂ ਦੀ ਵਿਚਾਰ ਕਰਾਂਗੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਨੂੰ ਕੀ ਸਮਝਾ ਰਹੇ ਨੇ, ਕੀ ਉਪਦੇਸ਼ ਦੇ ਰਹੇ ਨੇ, ਆਓ ਸਰਵਣ ਕਰੀਏ ਜੀ। ਸ਼ਲੋਕ ਨਿਰਗੁਣ ਆਰੇ ਆਨਿਆ ਸੋ ਪ੍ਰਭ ਸਦਾ ਸਮਾਲ, ਜਿਨ ਕੀਆ ਤਿਸ ਚੀਤ ਰਖ ਨਾਨਕ ਨਿਭਹੀ ਨਾਲ। ਨਿਰਗੁਣ ਆਰ ਆਨਿਆ ਸੋ ਪ੍ਰਭ ਸਦਾ ਸੰਭਾਲ। ਨਿਰਗੁਣ ਯਾਰ ਤੋਂ ਭਾਵ ਹੈ ਜਿਹਦੇ ਕੋ ਕੋਈ ਗੁਣ ਨਹੀਂ। ਮਹਾਰਾਜ ਕਹਿੰਦੇ ਹੈ ਗੁਣਹੀਨ ਜੀਵ, ਇਆਣੇ ਤੋਂ ਭਾਵ ਹੈ ਨਾ ਸਮਝ ਅਜਾਣਾ। ਸੋ ਪ੍ਰਭ ਸਦਾ ਸੰਭਾਲ। ਹੈ ਅਜਾਣ ਜੀਵ, ਹੈ ਨਾ ਸਮਝ ਜੀਵ, ਹੈ ਗੁਣਾ ਤੋਂ ਹੀਣ ਮਨੁੱਖ, ਉਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਸਦਾ ਹੀ ਯਾਦ ਕਰਿਆ ਕਰ। ਸੋ ਪ੍ਰਭ ਸਦਾ ਸੰਭਾਲ, ਹਰ ਟਾਈਮ ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਣ ਗਾਇਆ ਕਰ। ਜਿਨ ਕੀਆ ਤਿਸ ਚੀਤ ਰਖ। ਕਿਹੜਾ ਅਕਾਲ ਪੁਰਖ ਵਾਹਿਗੁਰੂ ਜੀ, ਜਿਹੜੇ ਵਾਹਿਗੁਰੂ ਜੀ ਨੇ ਤੈਨੂੰ ਇਸ ਸੰਸਾਰ ਤੇ ਭੇਜਿਆ ਹੈ, ਜਿਹੜੇ ਵਾਹਿਗੁਰੂ ਜੀ ਨੇ ਤੈਨੂੰ ਪੈਦਾ ਕੀਤਾ ਹੈ। ਕੀਆ ਤੋਂ ਭਾਵ ਹੈ ਪੈਦਾ ਕੀਤਾ। ਹਮੇਸ਼ਾ ਹੀ ਉਹਨੂੰ ਆਪਣੇ ਹਿਰਦੇ ਵਿੱਚ ਯਾਦ ਕਰ। ਨਾਨਕ ਨਿਭਹੀ ਨਾਲ। ਜੇ ਤੂੰ ਪਰਮਾਤਮਾ ਨੂੰ ਯਾਦ ਕਰੇਂਗਾ ਫਿਰ ਮਹਾਰਾਜ ਤੇਰਾ ਸਾਥ ਨਿਭਾਉਣਗੇ। ਉਹ ਵਾਹਿਗੁਰੂ ਹਰ ਸਮੇਂ ਤੇਰਾ ਸਾਥ ਨਿਭਾਉਣ ਵਾਲਾ ਹੈ। ਜੇ ਤੂੰ ਵਾਹਿਗੁਰੂ ਜੀ ਨੂੰ ਯਾਦ ਕਰੇਂਗਾ ਔਖੇ ਸਮੇਂ ਵਾਹਿਗੁਰੂ ਜੀ ਤੇਰੇ ਨਾਲ ਖੜਨਗੇ। ਅਸ਼ਟਪਦੀ ਰਮਈਆ ਕੇ ਗੁਣ ਚੇਤ ਪ੍ਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ। ਰਮਈਆ ਤੋਂ ਭਾਵ ਹੈ ਸੋਹਣਾ ਪਰਮਾਤਮਾ। ਮਹਾਰਾਜ ਕਹਿੰਦੇ ਹੈ ਜੀਵ, ਹੈ ਮਨੁੱਖ, ਸੋਹਣੇ ਰਾਮ ਦੇ ਗੁਣ ਯਾਦ ਕਰ। ਪਰਮਾਤਮਾ ਦੇ ਗੁਣਾਂ ਨੂੰ ਯਾਦ ਕਰ। ਵਾਹਿਗੁਰੂ ਜੀ ਦੇ ਪਰਉਪਕਾਰਾਂ ਨੂੰ ਆਪਣੇ ਹਿਰਦੇ ਅੰਦਰ ਯਾਦ ਕਰ। ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ। ਦੇਖ ਉਹਨੇ ਤੈਨੂੰ ਕਿੰਨਾ ਸੋਹਣਾ ਬਣਾਇਆ ਹੈ, ਤੈਨੂੰ ਸੰਸਾਰ ਤੇ ਕਿੰਨਾ ਸੋਹਣਾ ਬਣਾ ਕੇ ਭੇਜਿਆ ਹੈ। ਕਦੇ ਵਿਚਾਰ ਕਰ, ਕਦੇ ਆਪਣੇ ਸਰੀਰ ਵੱਲ ਦੇਖ।
ਸਰੀਰ ਵੱਲ ਦੇਖ ਕੇ ਹਮੇਸ਼ਾ ਪ੍ਰਮਾਤਮਾ ਨੂੰ ਯਾਦ ਕਰਿਆ ਕਰ। ਮਹਾਰਾਜ ਨੇ ਜਿੱਥੇ ਕੰਨ ਲੱਗਣੇ ਸੀ ਉੱਥੇ ਕੰਨ ਲਾਏ ਐ, ਜਿੱਥੇ ਨੱਕ ਲੱਗਣਾ ਸੀ ਉੱਥੇ ਨੱਕ ਲਾਇਆ, ਜਿੱਥੇ ਅੱਖਾਂ ਲੱਗਣੀਆਂ ਸੀ ਉੱਥੇ ਅੱਖਾਂ ਲਾਈਆਂ। ਕਿੰਨਾ ਸੋਹਣਾ ਬਣਾਇਆ ਹੈ। ਜੇ ਸਾਡੇ ਕੰਨ ਸਾਡੇ ਮੱਥੇ ਤੇ ਲੱਗੇ ਹੁੰਦੇ, ਕਿਤੇ ਸੋਚ ਕੇ ਦੇਖੋ ਆਪਾਂ ਕਿੱਦਾਂ ਦੇ ਲੱਗਣਾ ਸੀ। ਅਸੀਂ ਸੋਹਣੇ ਨਹੀਂ ਸੀ ਲੱਗਣਾ। ਜੇ ਸਾਡਾ ਨੱਕ ਸਾਡੀ ਕੰਨ ਦੀ ਜਗ੍ਹਾ ਲੱਗਿਆ ਹੁੰਦਾ, ਫਿਰ ਅਸੀਂ ਸੋਹਣੇ ਨਹੀਂ ਸੀ ਲੱਗਣਾ। ਅਕਾਲ ਪੁਰਖ ਵਾਹਿਗੁਰੂ ਜੀ ਨੇ ਸਾਨੂੰ ਕਿੰਨਾ ਸੋਹਣਾ ਬਣਾ ਕੇ ਭੇਜਿਆ ਸੰਸਾਰ ਤੇ। ਹਮੇਸ਼ਾ ਹੀ ਉਹਦੇ ਗੁਣਾਂ ਨੂੰ ਯਾਦ ਕਰ। ਜਿਨ ਤੂੰ ਸਾਜ ਸਿਵਾਰ ਸਿਗਾਰਿਆ, ਗਰਭ ਅਗਨ ਮਹਿ ਜਿਨ ਹੈ ਉਵਾਰਿਆ। ਜਿਸ ਪਰਮਾਤਮਾ ਨੇ ਤੈਨੂੰ ਪੈਦਾ ਕਰਕੇ ਤੈਨੂੰ ਸੋਹਣਾ ਬਣਾਇਆ ਹੈ, ਤੈਨੂੰ ਸਵਾਰਿਆ ਹੈ, ਉਹਨੂੰ ਯਾਦ ਕਰ। ਗਰਭ ਅਗਨ ਮੈਂ ਜਿਨੇ ਉਵਾਰਿਆ। ਜਿਸ ਵਾਹਿਗੁਰੂ ਜੀ ਨੇ ਗਰਭ ਅਗਨ ਤੋਂ ਭਾਵ ਹੈ ਪੇਟ ਦੀ ਅੱਗ, ਤੇਰੇ ਮਾਂ ਦੇ ਪੇਟ ਦੀ ਅੱਗ ਤੋਂ ਤੇਰੀ ਰੱਖਿਆ ਕੀਤੀ ਹੈ, ਤੈਨੂੰ ਬਚਾਇਆ ਹੈ। ਕਿੰਨੀ ਭਿਆਨਕ ਅੱਗ ਹੁੰਦੀ ਹੈ। ਇੱਥੇ ਸਾਡੀ ਉਂਗਲੀ ਨੂੰ ਮਾੜਾ ਜਿਹਾ ਵੀ ਸੇਕ ਲੱਗ ਜੇ, ਮੂੰਹ ਚੋਂ ਹਾਏ ਨਿਕਲਦਾ ਹੈ, ਪਰ ਮਾਂ ਦੇ ਗਰਭ ਵਿੱਚ ਜਿਹੜੀ ਅਗਨੀ ਹੈ ਪ੍ਰਮਾਤਮਾ ਨੇ ਉਹ ਅੱਗ ਦੇ ਸੜਨ ਤੋਂ ਸਾਨੂੰ ਬਚਾ ਕੇ ਰੱਖਿਆ। ਬਾਰ ਵਿਵਸਥਾ ਤੁਝੇ ਪਿਆਰੇ ਦੂਧ, ਭਰ ਜੋਵਨ ਭੋਜਨ ਸੁਖ ਸੂਦ। ਦੇਖ ਅਕਾਲ ਪੁਰਖ ਵਾਹਿਗੁਰੂ ਜੀ ਦੇ ਪਰਉਪਕਾਰ। ਬਾਰ ਵਿਵਸਥਾ ਬਾਲਕ ਅਵਸਥਾ, ਬਾਲਕ ਉਮਰ, ਤੁਝੇ ਪਿਆਰੇ ਦੂਧ। ਐ ਮਨਾ ਤੈਨੂੰ ਛੋਟੀ ਜਿਹੀ ਉਮਰ ਵਿੱਚ ਜਦੇ ਤੂੰ ਹਜੇ ਜਨਮਿਆ ਸੀ, ਮਹਾਰਾਜ ਨੂੰ ਪਤਾ ਸੀ ਇਹਨੇ ਹੁਣ ਦੁੱਧ ਪੀਣਾ ਹੈ। ਮਹਾਰਾਜ ਨੇ ਤੈਨੂੰ ਉਦੋਂ ਦੁੱਧ ਪਿਲਾਇਆ ਹੈ, ਤੈਨੂੰ ਦੁੱਧ ਬਖਸ਼ਿਆ। ਭਰ ਜੋਵਨ ਭੋਜਨ ਸੁਖ ਸੂਦ। ਜਦੋਂ ਤੂੰ ਜਵਾਨੀ ਵਿੱਚ ਪੈਰ ਧਰਿਆ, ਜਦੋਂ ਤੂੰ ਵੱਡਾ ਹੋਇਆ, ਭੋਜਨ ਸੁਖ ਸੂਦ, ਤੈਨੂੰ ਉਦੋਂ ਮਹਾਰਾਜ ਨੇ ਖਾਣ ਵਾਸਤੇ 36 ਪ੍ਰਕਾਰ ਦੇ ਭੋਜਨ ਦਿੱਤੇ। ਤੂੰ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਖਾਣ ਲੱਗ ਗਿਆ। ਸੁਖ ਸੂਦ ਤੋਂ ਭਾਵ ਹੈ ਤੈਨੂੰ ਸੁੱਖਾਂ ਦੀ ਵੀ ਸਮਝ ਆ ਗਈ, ਤੂੰ ਸੁਖੀ ਰਹਿਣ ਲੱਗ ਗਿਆ। ਮਹਾਰਾਜ ਨੇ ਤੈਨੂੰ ਸੁੱਖ ਦਿੱਤੇ ਹੈ, ਖਾਣ ਵਾਸਤੇ ਵੀ ਦਿੱਤਾ ਹੈ। ਜਦੋਂ ਬਚਪਨ ਵਿੱਚ ਸੀ, ਛੋਟੀ ਜਿਹੀ ਉਮਰ ਵਿੱਚ ਸੀ, ਹਜੇ ਜਨਮਿਆ ਹੀ ਸੀ, ਮਹਾਰਾਜ ਨੂੰ ਪਤਾ ਸੀ ਇਹਨੂੰ ਭੁੱਖ ਲੱਗਣੀ ਹੈ, ਮਹਾਰਾਜ ਨੇ ਇਹਨੂੰ ਉਦੋਂ ਦੁੱਧ ਦਿੱਤਾ। ਦੇਖ ਪਰਮਾਤਮਾ ਦੇ ਗੁਣ। ਬਿਰਧ ਭਇਆ ਉਪਰ ਸਾਕ ਸੈਨ, ਮੁਖ ਅਪਿਆਓ ਬੈਠ ਕੋ ਦੈਨ। ਬਿਰਧ ਭਇਆ, ਜਦੋਂ ਤੂੰ ਬੁੱਢਾ ਹੋ ਗਿਆ, ਬਿਰਧ ਅਵਸਥਾ ਵਿੱਚ ਚਲੇ ਗਿਆ, ਮਹਾਰਾਜ ਕਹਿੰਦੇ ਉਪਰ ਸਾਕ ਸੈਨ, ਤੇਰੇ ਸੱਜਣ ਸਾਕ ਸੰਬੰਧੀ ਭੈਣ ਭਾਈ ਤੇਰੀ ਸੇਵਾ ਵਿੱਚ ਲੱਗ ਗਏ। ਤੇਰੀ ਸੇਵਾ ਵਾਸਤੇ ਮਹਾਰਾਜ ਨੇ ਤੇਰੇ ਪੁੱਤਰ ਧੀ ਵੀ ਪੈਦਾ ਕਰ ਦਿੱਤੇ, ਵੇ ਤੂੰ ਬਿਰਧ ਅਵਸਥਾ ਵਿੱਚ ਜਾਏਗਾ, ਉਹ ਤੇਰੀ ਸੇਵਾ ਕਰਨਗੇ। ਮੁਖ ਅਪਿਆਓ ਬੈਠ ਕੋ ਦੈਨ। ਮਹਾਰਾਜ ਕਹਿੰਦੇ ਜੋ ਬੈਠੇ ਹੋਏ ਨੂੰ ਮੂੰਹ ਵਿੱਚ ਚੰਗੇ ਚੰਗੇ ਭੋਜਨ ਖਿਲਾਉਂਦੇ ਐ। ਇੰਨਾ ਕੁਝ ਹੋਣ ਦੇ ਬਾਵਜੂਦ ਵੀ ਤੂੰ ਪਰਮਾਤਮਾ ਨੂੰ ਯਾਦ ਨਹੀਂ ਕਰਦਾ। ਐਨੀਆਂ ਮਹਾਰਾਜ ਨੇ ਤੈਨੂੰ ਸੁੱਖ ਸਹੂਲਤਾਂ ਦਿੱਤੀਆਂ, ਫਿਰ ਵੀ ਤੂੰ ਮਹਾਰਾਜ ਨੂੰ ਯਾਦ ਨਹੀਂ ਕਰਦਾ। ਬਚਪਨ ਵਿੱਚ ਤੈਨੂੰ ਦੁੱਧ ਦਿੱਤਾ, ਜਵਾਨੀ ਵਿੱਚ ਤੈਨੂੰ ਖਾਣ ਵਾਸਤੇ ਵਧੀਆ ਵਧੀਆ ਭੋਜਨ ਦਿੱਤੇ ਐ। ਜਦੋਂ ਤੂੰ ਬਿਰਧ ਹੋ ਗਿਆ, ਵਡੇਪੇ ਵਿੱਚ ਆ ਗਿਆ, ਤੇ ਮਹਾਰਾਜ ਕਹਿੰਦੇ ਉਦੋਂ ਪਰਮਾਤਮਾ ਨੇ ਤੇਰੇ ਸਾਕ ਸੰਬੰਧੀ ਤਿਆਰ ਕਰ ਦਿੱਤੇ, ਤੇਰੇ ਪੁੱਤਰ ਧੀ ਤਿਆਰ ਵੱਡੇ ਕਰ ਦਿੱਤੇ। ਕਾਦੇ ਵਾਸਤੇ? ਵੇ ਤੂੰ ਇੱਕ ਮਿੰਜੇ ਤੇ ਬੈਠਾ ਹੈ, ਤੇਰੇ ਪੁੱਤਰ ਧੀ ਪੁੱਛਦੇ ਐ ਬਾਪੂ ਜੀ ਜਲ ਲੈ ਕੇ ਆਈਏ, ਭੋਜਨ ਲੈ ਕੇ ਆਈਏ। ਤੂੰ ਮਾੜਾ ਜਿਹਾ ਹੁਕਮ ਕਰਦਾ ਹੈ, ਪੁੱਤਰਾ ਜਾ ਪਾਣੀ ਲੈ ਕੇ ਆ। ਤੇਰੇ ਪੁੱਤਰ ਧੀ ਜਦੇ ਪਾਣੀ ਦਾ ਗਲਾਸ ਤੇਰੇ ਵਾਸਤੇ ਲੈ ਕੇ ਆਉਂਦੇ ਆ। ਇਹ ਦਾਤਾਂ ਅਕਾਲ ਪੁਰਖ ਵਾਹਿਗੁਰੂ ਜੀ ਦੀਆਂ ਦਿੱਤੀਆਂ ਐ। ਇਹੋ ਨਿਰਗੁਣ ਗੁਣ ਕਛੂ ਨਾ ਬੂਝੈ, ਬਖਸ਼ ਲਿਹੋ ਤੋ ਨਾਨਕ ਸੀਜੈ। ਪਰ ਮਹਾਰਾਜ ਕਹਿੰਦੇ ਇਹ ਗੁਣਹੀਣ ਜੀਵ,
ਇਹ ਨਿਰਗੁਣ ਜੀਵ ਅਕਾਲ ਪੁਰਖ ਵਾਹਿਗੁਰੂ ਜੀ ਦੇ ਪਰਉਪਕਾਰਾਂ ਨੂੰ ਸਮਝਦਾ ਨਹੀਂ। ਵਾਹਿਗੁਰੂ ਨੇ ਇਹਦੇ ਤੇ ਇੰਨੀਆਂ ਬਖਸ਼ਿਸ਼ਾਂ ਕੀਤੀਆਂ, ਇਹ ਹਜੇ ਵੀ ਸਮਝਦਾ ਨਹੀਂ, ਬੁੱਝਦਾ ਨਹੀਂ। ਬਖਸ਼ ਲਿਹੋ ਤੋ ਨਾਨਕ ਸੀਜੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਐ ਮਹਾਰਾਜ, ਐ ਪ੍ਰਮਾਤਮਾ, ਤੂੰ ਆਪ ਮਿਹਰ ਕਰੇ ਤਾਂ ਇਹ ਜਨਮ ਮਨੋਰਥ ਸਫਲ ਹੋ ਸਕਦਾ ਹੈ। ਤਾਂ ਹੀ ਜੀਵ ਨੂੰ ਇਹ ਸਮਝ ਪੈ ਸਕਦੀ ਹੈ। ਸੀਜੈ ਤੋਂ ਭਾਵ ਹੈ ਸਮਝ ਪੈ ਸਕਦੀ ਹੈ। ਬਖਸ਼ ਲਿਹੋ ਤੋ ਨਾਨਕ ਸੀਜੈ, ਤਾਂ ਹੀ ਇਹ ਜੀਵ ਸਮਝ ਸਕਦਾ। ਇਹ ਮੇਰਿਆ ਮਨਾ, ਅਕਾਲ ਪੁਰਖ ਵਾਹਿਗੁਰੂ ਦੇ ਪਰਉਪਕਾਰਾਂ ਨੂੰ ਸਮਝ। ਮਹਾਰਾਜ ਨੇ ਤੇਰੇ ਉੱਤੇ ਕਿੱਡੀ ਰਹਿਮਤ ਕੀਤੀ ਹੈ, ਕਿੱਡੀ ਬਖਸ਼ਿਸ਼ ਕੀਤੀ ਹੈ। ਪਰ ਇਹ ਇੰਨਾ ਅਕਿਰਤ ਘਣ ਜੀਵ ਹੈ, ਇਹ ਇੰਨਾ ਬੇਸ਼ੁਕਰਾ ਜੀਵ ਹੈ। ਇਹਨੇ ਸੰਸਾਰ ਵਿੱਚ ਆ ਕੇ ਵਾਹਿਗੁਰੂ ਨੂੰ ਯਾਦ ਤਾਂ ਕੀ ਕਰਨਾ ਸੀ, ਅਕਾਲ ਪੁਰਖ ਵਾਹਿਗੁਰੂ ਜੀ ਨੂੰ ਭੁਲਾ ਹੀ ਦਿੱਤਾ। ਧੰਨ ਗੁਰੂ ਅਮਰਦਾਸ ਮਹਾਰਾਜ ਹਰ ਰੋਜ਼ ਸਾਨੂੰ ਸਮਝਾਉਂਦੇ ਐ। ਸ਼੍ਰੀ ਆਨੰਦ ਸਾਹਿਬ ਦੀ ਬਾਣੀ ਵਿੱਚ ਮਹਾਰਾਜ ਕਹਿੰਦੇ, ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕੈ, ਕਿਆ ਤੁਧ ਕਰਮ ਕਮਾਇਆ। ਕੇ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜਗ ਮੈਂ ਆਇਆ। ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ। ਇਹ ਮਨਾ, ਇਹ ਸਰੀਰ ਵਿੱਚ ਆ ਕੇ ਕੀ ਕੀਤਾ ਹੈ? ਮਹਾਰਾਜ ਕਹਿੰਦੇ, ਚੰਗੇ ਕਰਮ ਤਾਂ ਕੀ ਕਰਨੇ ਸੀ, ਨਾਮ ਤਾਂ ਕੀ ਜਪਣਾ ਸੀ। ਜਿਹੜੇ ਵਾਹਿਗੁਰੂ ਜੀ ਨੇ ਇਹਨੂੰ ਇੰਨਾ ਸੁੰਦਰ ਸਰੀਰ ਦਿੱਤਾ, ਖਾਣ ਵਾਸਤੇ ਭੋਜਨ ਦਿੱਤੇ, ਪਹਿਨਣ ਵਾਸਤੇ ਕੱਪੜੇ ਦਿੱਤੇ, ਇਹਦੀ ਹਰ ਇੱਕ ਸਹੂਲਤ ਇਹਨੂੰ ਦਿੱਤੀ ਹੈ, ਉਹ ਪਰਮਾਤਮਾ ਨੂੰ ਇਹਨੇ ਭੁਲਾ ਦਿੱਤਾ। ਅਕਾਲ ਪੁਰਖ ਵਾਹਿਗੁਰੂ ਜੀ ਨੂੰ ਹੀ ਭੁੱਲ ਗਿਆ। ਇਹ ਇੰਨਾ ਬੇਸ਼ੁਕਰਾ ਜੀਵ ਹੈ। ਜਿਹ ਪ੍ਰਸਾਦ ਧਰ ਉਪਰ ਸੁਖ ਵਸ ਹੈ, ਸੁਤ ਭਰਾਤ ਮੀਤ ਬਿਨਤਾ ਸੰਗ ਹਸ ਹੈ। ਮਹਾਰਾਜ ਕਹਿੰਦੇ, ਜਿਹ ਪ੍ਰਸਾਦ, ਜਿਸ ਦੀ ਕਿਰਪਾ ਨਾਲ ਧਰ ਉਪਰ ਸੁਖ ਵਸੈ, ਤੂੰ ਧਰਤੀ ਉੱਤੇ ਸੁਖੀ ਵਸਦਾ ਹੈ, ਸੁਖ ਮਾਣ ਰਿਹਾ ਹੈ। ਸੁਤ ਭਰਾਤ ਮੀਤ ਬਿਨਤਾ ਸੰਗ ਹਸੈ। ਸੁਤ ਤੋਂ ਭਾਵ ਹੈ ਪੁੱਤਰ, ਭਰਾਤ ਤੋਂ ਭਾਵ ਹੈ ਭਰਾ, ਬਿਨਤਾ ਤੋਂ ਭਾਵ ਹੈ ਇਸਤਰੀ। ਐਨੀਆਂ ਤੈਨੂੰ ਸੁੱਖ ਸਹੂਲਤਾਂ ਦਿੱਤੀਆਂ, ਧਰਤੀ ਤੇ ਤੂੰ ਸੁਖੀ ਵਸਦਾ ਹੈ। ਤੇਰੇ ਕੋਲ ਪੁੱਤਰ ਧੀ ਇਸਤਰੀ ਵੀ ਹੈ, ਮਿੱਤਰ ਵੀ ਹਨ। ਆਪਣੇ ਪੁੱਤਰ ਧੀ, ਆਪਣੇ ਪਰਿਵਾਰ ਵਿੱਚ ਤੂੰ ਹੱਸਦਾ ਖੇਡਦਾ ਹੈ। ਜਿਹ ਪ੍ਰਸਾਦ ਪੀਵਹਿ ਸੀਤਲ ਜਲਾ, ਸੁਖਦਾਈ ਪਵਨ ਪਾਵਕ ਅਮੁਲਾ। ਸੀਤਲ ਤੋਂ ਭਾਵ ਹੈ ਠੰਡਾ। ਮਹਾਰਾਜ ਕਹਿੰਦੇ, ਜਿਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਮਿਹਰ ਸਦਕਾ ਤੂੰ ਠੰਡਾ ਜਲ ਪੀਂਦਾ ਹੈ, ਠੰਡਾ ਪਾਣੀ ਪੀਂਦਾ ਹੈ। ਸੁਖਦਾਈ ਪਵਨ ਪਾਵਕ ਅਮੁੱਲਾ, ਸੁਖ ਦੇਣ ਵਾਲੀ ਹਵਾ ਤੇ ਅਮੋਲਕ ਅੱਗ ਵਰਤਦਾ ਹੈ। ਜਿਹ ਪ੍ਰਸਾਦ ਭੋਗਹਿ ਸਭ ਰਸਾ, ਸਗਲ ਸਮਗਰੀ ਸੰਗ ਸਾਥ ਵਸਾ। ਜਿਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਮਿਹਰ ਸਦਕਾ, ਕਿਰਪਾ ਸਦਕਾ ਸਾਰੇ ਹੀ ਰਸ ਭੋਗਦਾ ਹੈ, ਹਰ ਇੱਕ ਪਦਾਰਥ ਭੋਗਦਾ ਹੈ। ਸਗਲ ਸਮਗਰੀ ਸੰਗ ਸਾਥ ਵਸਾ, ਸਾਰੇ ਪਦਾਰਥਾਂ ਦੇ ਨਾਲ ਤੂੰ ਰਹਿੰਦਾ ਹੈ। ਭਾਵ ਸਾਰੇ ਪਦਾਰਥ ਵਰਤਣ ਲਈ ਤੈਨੂੰ ਪਰਮਾਤਮਾ ਨੇ ਬਖਸ਼ੇ ਹਨ। ਦੀਨੇ ਹਸਤ ਪਾਵ ਕਰਨ ਨੇਤਰ ਰਸਨਾ, ਤਿਸ ਹੈ ਤਿਆਗ ਅਵਰ ਸੰਗ ਰਚਨਾ। ਜਿਸ ਨੇ ਤੈਨੂੰ ਹੱਥ ਪੈਰ ਕੰਨ ਅੱਖ ਜੇਬਾਂ ਦਿੱਤੇ ਹਨ। ਹਸ ਤੋਂ ਭਾਵ ਹੈ ਹੱਥ, ਪਾਵ ਤੋਂ ਭਾਵ ਹੈ ਪੈਰ, ਕਰਨ ਤੋਂ ਭਾਵ ਹੈ ਕੰਨ, ਨੇਤਰ ਤੋਂ ਭਾਵ ਹੈ ਅੱਖਾਂ, ਰਸਨਾ ਤੋਂ ਭਾਵ ਹੈ ਜੀਭ ਜੇਬਾਂ। ਦੀਨੇ ਹਸਤ ਪਾਵ ਕਰਨ ਨੇਤਰ ਰਸਨਾ। ਜਿਸ ਪਰਮਾਤਮਾ ਨੇ ਤੈਨੂੰ ਅੱਖਾਂ ਵੀ ਦਿੱਤੀਆਂ, ਜੇਬਾਂ ਵੀ ਦਿੱਤੀ ਹੈ, ਪੈਰ ਵੀ ਦਿੱਤੇ ਹਨ, ਹੱਥ ਵੀ ਦਿੱਤੇ ਹਨ। ਤਿਸ ਹੈ ਤਿਆਗ ਅਵਰ ਸੰਗ ਰਚਨਾ। ਐ ਮੂਰਖ ਮਨਾ, ਉਹ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਵਿਸਾਰ ਕੇ ਹੋਰ ਕਿਹਨਾਂ ਨਾਲ ਪਿਆਰ ਬਣਾਈ ਬੈਠਾ ਹੈ, ਹੋਰ ਕਿਹੜੇ ਕੰਮਾਂ ਵਿੱਚ ਰੁੱਝਿਆ ਹੋਇਆ ਹੈ।
ਤਿਸ ਹੈ ਤਿਆਗ ਅਵਰ ਸੰਗ ਰਚਨਾ। ਹੋਰ ਕਿਹੜੇ ਕੰਮ ਵਿੱਚ ਤੂੰ ਆਪਣੀ ਰੁਚੀ ਬਣਾਈ ਹੋਈ ਹੈ। ਐਸੇ ਦੋਖ ਮੂੜ ਅੰਧ ਵਿਆਪੇ, ਨਾਨਕ ਕਾਢ ਲਿਹੋ ਪ੍ਰਭ ਆਪੇ। ਐਸੇ ਦੋਖ ਮੂੜ ਅੰਧ ਵਿਆਪੇ। ਐ ਮੂਰਖ ਅੰਨੇ ਜੀਵ ਭਲਾਈ ਵਿਸਾਰਨ ਵਾਲੇ ਇਹੋ ਜਿਹੇ ਔਗਣਾਂ ਵਿੱਚ ਫਸੇ ਹੋਏ ਹਨ। ਮਹਾਰਾਜ ਕਹਿੰਦੇ ਇਹ ਮਨੁੱਖ ਮੰਦੇ ਕੰਮਾਂ ਵਿੱਚ ਫਸਿਆ ਹੋਇਆ ਹੈ, ਔਗਣਾਂ ਵਿੱਚ ਫਸਿਆ ਹੋਇਆ ਹੈ। ਨਾਨਕ ਕਾਢ ਲਿਹੋ ਪ੍ਰਭ ਆਪੇ। ਇਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਤੁਹਾਡੇ ਚਰਨਾਂ ਵਿੱਚ ਅਰਦਾਸ ਹੈ, ਆਪ ਕੇ ਮਿਹਰ ਕਰੋ, ਆਪਣੀ ਮਿਹਰ ਕਰੋ। ਨਾਨਕ ਕਾਢ ਲਿਹੋ ਪ੍ਰਭ ਆਪੇ। ਅਸੀਂ ਜੀਵ ਤਾਂ ਬਹੁਤ ਮਾੜੇ ਕਰਮ ਕਰਦੇ ਹਾਂ, ਪਰ ਤੁਹਾਡੀ ਰਹਿਮਤ ਦੇ ਨਾਲ ਹੀ ਅਸੀਂ ਮਾਇਆ ਦੇ ਚੱਕਰ ਵਿੱਚੋਂ ਨਿਕਲ ਸਕਦੇ ਹਾਂ। ਆਪ ਕਿਰਪਾ ਕਰੋ, ਔਗਣਾਂ ਵਿੱਚੋਂ ਸਾਨੂੰ ਕੱਢ ਲਓ, ਮਾੜੇ ਕੰਮਾਂ ਵਿੱਚੋਂ ਸਾਨੂੰ ਕੱਢ ਲਓ। ਆਦ ਅੰਤ ਜੋ ਰਾਖਣ ਹਾਰ, ਤਿਸ ਸਿਉ ਪ੍ਰੀਤ ਨ ਕਰੈ ਗਵਾਰ। ਆਦ ਅੰਤ ਜਨਮ ਸਮੇਂ, ਅੰਤ ਤੋਂ ਭਾਵ ਹੈ ਮਰਨ ਤੱਕ, ਜੋ ਰਾਖਣ ਹਾਰ, ਜਿਹੜਾ ਅਕਾਲ ਪੁਰਖ ਵਾਹਿਗੁਰੂ ਜਨਮ ਤੋਂ ਲੈ ਕੇ ਮਰਨ ਸਮੇਂ ਤੱਕ ਇਹ ਜੀਵ ਦੀ ਰੱਖਿਆ ਕਰਦਾ ਹੈ, ਇਹ ਮਨੁੱਖ ਦੀ ਰਾਖੀ ਕਰਦਾ ਹੈ। ਤਿਸ ਸਿਉ ਪ੍ਰੀਤ ਨਾ ਕਰੇ ਗਵਾਰ। ਗਵਾਰ ਤੋਂ ਭਾਵ ਹੈ ਮੂਰਖ। ਮਹਾਰਾਜ ਕਹਿੰਦੇ ਇਹ ਮੂਰਖ ਇਨਸਾਨ ਉਹ ਅਕਾਲ ਪੁਰਖ ਵਾਹਿਗੁਰੂ ਜੀ ਨਾਲ ਪਿਆਰ ਨਹੀਂ ਪਾਉਂਦਾ, ਪ੍ਰੀਤ ਨਹੀਂ ਪਾਉਂਦਾ, ਜਿਹੜਾ ਵਾਹਿਗੁਰੂ ਜਨਮ ਤੋਂ ਲੈ ਕੇ ਮਰਨ ਤੱਕ ਇਹਦੀ ਰਾਖੀ ਕਰਦਾ ਹੈ। ਜਾ ਕੀ ਸੇਵਾ ਨਵ ਨਿਧ ਪਾਵੇ, ਤਾਂ ਸਿਉ ਮੂੜਾ ਮਨ ਨਹੀਂ ਲਾਵੇ। ਜਾ ਕੀ ਸੇਵਾ ਨਵ ਨਿਧ ਪਾਵੇ। ਨਵ ਨਿਧ ਤੋਂ ਭਾਵ ਹੈ 9 ਖਜ਼ਾਨੇ। ਜਿਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਸੇਵਾ ਕੀਤਿਆਂ ਇਸ ਨੂੰ ਸ੍ਰਿਸ਼ਟੀ ਦੇ 9 ਹੀ ਖਜ਼ਾਨੇ ਮਿਲ ਜਾਂਦੇ ਹਨ। ਗੁਰਮੁਖੋ ਬਾਣੀ ਵਿੱਚ ਆਪ ਜੀ ਪੜ੍ਹਦੇ ਹੋ, ਸਭ ਨਿਧਾਨ 10 ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ। ਜਿਹੜਾ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਜਪਦਾ ਹੈ, ਜਿਹੜਾ ਵਾਹਿਗੁਰੂ ਜੀ ਦੀ ਸੇਵਾ ਕਰਦਾ ਹੈ, ਮਹਾਰਾਜ ਕਹਿੰਦੇ ਪ੍ਰਮਾਤਮਾ ਨੇ ਉਹਦੇ ਵਾਸਤੇ ਆਪਣੀ ਹੱਥ ਦੀ ਤਲੀ ਤੇ 9 ਨਿਧੀਆਂ 18 ਸਿੱਧੀਆਂ ਰੱਖੀਆਂ ਹੋਈਆਂ ਹਨ। ਵੇ ਜਦੋਂ ਇਹ ਸ਼ਰਧਾ ਨਾਲ, ਭਾਵਨਾ ਨਾਲ ਮੇਰਾ ਹੁਕਮ ਮੰਨੇਗਾ, ਮੇਰੀ ਸੇਵਾ ਕਰੇਗਾ, ਮੈਨੂੰ ਯਾਦ ਕਰੇਗਾ, ਤੇ ਜਦੋਂ ਵੀ ਇਹ ਕੁਝ ਮੰਗੇਗਾ ਮੈਂ ਇਹਨੂੰ ਜਦੇ ਦੇਵਾਂਗਾ। ਸਭ ਨਿਧਾਨ 10 ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ। ਕਿਸੇ ਨੇ ਪੁੱਛਿਆ, ਮਾਲਿਕ ਜੀ ਤੁਸੀਂ ਆਪਣੀ ਹੱਥ ਦੀ ਤਲੀ ਤੇ ਕਿਉਂ ਰੱਖੀਆਂ 9 ਨਿਧੀਆਂ 18 ਸਿੱਧੀਆਂ? ਤੁਸੀਂ ਆਪਣੇ ਖਜ਼ਾਨੇ ਵਿੱਚ ਰੱਖ ਲਓ। ਜਦੋਂ ਕੋਈ ਤੁਹਾਨੂੰ ਯਾਦ ਕਰਦਾ ਹੈ, ਜਦੋਂ ਤੁਹਾਡੀ ਕੋਈ ਸੇਵਾ ਕਰੇਗਾ, ਆਪ ਜੀ ਖਜ਼ਾਨੇ ਵਿੱਚੋਂ ਕੱਢ ਕੇ ਉਹਨੂੰ ਦੇ ਦਿਓ ਚੀਜ਼ਾਂ ਜਿਹੜੀਆਂ ਦੇਣੀਆਂ। ਉਹ ਸਮੇਂ ਕਹਿੰਦੇ ਪਰਮਾਤਮਾ ਨੇ ਉੱਤਰ ਦਿੱਤਾ, ਭਾਈ ਜਦੋਂ ਵੀ ਮੈਨੂੰ ਕੋਈ ਪਿਆਰ ਨਾਲ ਯਾਦ ਕਰਦਾ ਹੈ, ਜਦੋਂ ਕੋਈ ਸ਼ਰਧਾ ਨਾਲ ਮੇਰੀ ਸੇਵਾ ਕਰਦਾ ਹੈ, ਜਦੋਂ ਮੈਨੂੰ ਕੋਈ ਸਿਮਰਦਾ ਹੈ, ਮੈਂ ਹੱਥ ਦੀ ਤਲੀ ਤੇ 9 ਨਿਧੀਆਂ 18 ਸਿੱਧੀਆਂ ਇਸ ਕਰਕੇ ਰੱਖੀਆਂ ਵੀ ਮੈਨੂੰ ਦੇਣ ਵਿੱਚ ਕਿਤੇ ਦੇਰੀ ਨਾ ਲੱਗ ਜਾਏ। ਹਮੇਸ਼ਾ ਹੀ ਯਾਦ ਰੱਖਿਓ, ਤੁਹਾਡੇ ਮੰਗਣ ਵਿੱਚ ਦੇਰੀ ਹੋ ਸਕਦੀ ਹੈ, ਤੁਹਾਡੇ ਢਹਿਣ ਵਿੱਚ ਦੇਰੀ ਹੋ ਸਕਦੀ ਹੈ, ਤੁਹਾਡੀ ਸ਼ਰਧਾ ਵਿੱਚ ਕਮੀ ਹੋ ਸਕਦੀ ਹੈ, ਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇਣ ਵਿੱਚ ਕਮੀ ਨਹੀਂ ਰੱਖਦੇ। ਉਹਦੇ ਖਜ਼ਾਨੇ ਬਹੁਤ ਵੱਡੇ ਹੈ, ਜਿੰਨਾ ਮਰਜ਼ੀ ਮੰਗ ਲਈਏ ਪਰਮਾਤਮਾ ਦਾ ਖਜ਼ਾਨਾ ਨਹੀਂ ਮੁੱਕਦਾ। ਪਰ ਸਾਡੀ ਸ਼ਰਧਾ ਨਹੀਂ ਬਣਦੀ ਵਾਹਿਗੁਰੂ ਜੀ ਤੇ, ਸਾਡੀ ਭਾਵਨਾ ਆਪਣੇ ਸਤਿਗੁਰ ਜੀਆਂ ਤੇ ਨਹੀਂ ਬਣਦੀ। ਜਿੱਦਣ ਸਿੱਖ ਦੀ ਭਾਵਨਾ ਬਣ ਗਈ, ਜਿੱਦਣ ਸਿੱਖ ਦਾ ਵਿਸ਼ਵਾਸ ਬਣ ਗਿਆ, ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀਆਂ ਪਾਸੋਂ ਮੰਗਿਆ ਸੀ ਮਾਤਾ ਸੁਲੱਖਣੀ ਜੀ ਨੇ, ਮਹਾਰਾਜ ਮੇਰੇ ਕਰਮਾਂ ਵਿੱਚ ਪੁੱਤਰ ਨਹੀਂ, ਮਹਾਰਾਜ ਮੇਰੀ ਐਨੀ ਉਮਰ ਬੀਤ ਗਈ, ਮੇਰੇ ਘਰ ਕੋਈ ਔਲਾਦ ਨਹੀਂ ਹੈ,
ਤੁਸੀਂ ਕਿਰਪਾ ਕਰੋ। ਮਹਾਰਾਜ ਕਹਿੰਦੇ ਮਾਤਾ ਤੇਰੇ ਤਾਂ ਭਾਗਾਂ ਵਿੱਚ ਕੋਈ ਪੁੱਤਰ ਹੀ ਹੈ ਨਹੀਂ। ਮਾਤਾ ਸੁਲੱਖਣੀ ਦੀ ਸ਼ਰਧਾ ਦੇਖੋ। ਮਾਤਾ ਸੁਲੱਖਣੀ ਕਹਿਣ ਲੱਗੀ ਮਹਾਰਾਜ ਜੇ ਮੇਰੇ ਕਰਮਾਂ ਵਿੱਚ ਨਹੀਂ, ਸਤਿਗੁਰ ਜੀ ਦਰਗਾਹ ਵਿੱਚ ਵੀ ਤੁਸੀਂ ਲਿਖਣ ਵਾਲੇ ਸੀ, ਜੇ ਦਰਗਾਹ ਵਿੱਚ ਨਹੀਂ ਲਿਖਿਆ ਆ ਲੋ ਕਲਮ ਆ ਲੋ ਦਵਾਤ, ਜੇ ਦਰਗਾਹ ਵਿੱਚ ਨਹੀਂ ਲਿਖਿਆ ਤਾਂ ਮੇਰੇ ਕਰਮਾਂ ਵਿੱਚ ਇੱਥੇ ਲਿਖ ਦਿਓ। ਜਦੋਂ ਮਾਤਾ ਸੁਲੱਖਣੀ ਦੀ ਸ਼ਰਧਾ ਬਣੀ, ਮੰਗਦੀ ਇੱਕ ਪੁੱਤਰ ਸੀ, ਪਰ ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀਆਂ ਨੇ 7 ਪੁੱਤਰਾਂ ਦੀ ਬਖਸ਼ਿਸ਼ ਕੀਤੀ ਹੈ। ਆਪਣਾ ਇਤਿਹਾਸ ਪੜ੍ਹ ਕੇ ਦੇਖੀਏ। ਜਦੋਂ ਸਿੱਖ ਦੀ ਸ਼ਰਧਾ ਬਣੇਗੀ, ਜਦੋਂ ਸਿੱਖ ਦਾ ਵਿਸ਼ਵਾਸ ਪੂਰਨ ਤੌਰ ਤੇ ਆਪਣੇ ਗੁਰੂ ਤੇ ਬਣ ਜਾਂਦਾ ਹੈ, ਮਹਾਰਾਜ ਕਹਿੰਦੇ ਫਿਰ ਉਹਨੂੰ 9 ਨਿਧੀਆਂ 18 ਸਿੱਧੀਆਂ ਮਿਲ ਜਾਂਦੀਆਂ। ਉਹ ਇੱਛਾ ਹਜੇ ਆਪਣੇ ਮਨ ਵਿੱਚ ਹੀ ਰੱਖਦਾ ਹੈ, ਵਾਹਿਗੁਰੂ ਜੀ ਉਹਦੀ ਇੱਛਾ ਪਹਿਲੇ ਪੂਰੀ ਕਰ ਦਿੰਦੇ ਹੈ। ਜਾ ਕੀ ਸੇਵਾ ਨਵ ਨਿਧ ਪਾਵੈ, ਜਿਸ ਪਰਮਾਤਮਾ ਦੀ ਸੇਵਾ ਕਰਨ ਦੇ ਨਾਲ 9 ਹੀ ਖਜ਼ਾਨੇ ਮਿਲ ਜਾਂਦੇ ਹਨ, ਤਾਂ ਸਿਉ ਮੂੜਾ ਮਨ ਨਹੀਂ ਲਾਵੈ। ਪਰ ਇਹ ਮੂਰਖ ਮਨੁੱਖ ਉਸ ਪਰਮਾਤਮਾ ਨਾਲ ਚਿੱਤ ਨਹੀਂ ਜੋੜਦਾ। ਇਹ ਹੋਰ ਦੂਜਿਆਂ ਪਾਸੋਂ ਜਾ ਕੇ ਮੰਗਦਾ ਹੈ, ਦੂਜੇ ਪਾਸ ਜਾ ਕੇ ਕੁਝ ਨਹੀਂ ਮਿਲਦਾ। ਦੂਜਿਆਂ ਪਾਸ ਜੇ ਜਾਓਗੇ ਤਾਂ ਕੁਝ ਨਹੀਂ ਮਿਲਣਾ। ਹਮੇਸ਼ਾ ਹੀ ਯਾਦ ਰੱਖਿਓ, ਗਾਂ ਦਾ ਬਛੇਰਾ ਹੁੰਦਾ ਹੈ, ਗਾਂ ਦਾ ਬੱਚਾ ਹੁੰਦਾ ਹੈ, ਆਪਣੀ ਮਾਂ ਦੇ ਥਣਾ ਤੇ ਦੁੱਧ ਮੰਗੇ, ਦੁੱਧ ਚੁੰਗੇ ਉਹਨੂੰ ਮਿਲ ਜਾਂਦਾ ਹੈ। ਜਦੋਂ ਗਾਂ ਦਾ ਬੱਚਾ ਕਿਸੇ ਹੋਰ ਗਾਂ ਥੱਲੇ ਜਾ ਕੇ ਦੁੱਧ ਚੁੰਗਣ ਦੀ ਕੋਸ਼ਿਸ਼ ਕਰੇ ਨਾ ਜੀ, ਦੁੱਧ ਤਾਂ ਕੀ ਮਿਲਣਾ ਹੈ, ਉੱਥੋਂ ਲੱਤਾਂ ਹੀ ਮਿਲਦੀਆਂ। ਆਪ ਜੀ ਸਿਆਣੇ ਹੋ। ਇਸੇ ਤਰ੍ਹਾਂ ਸਾਡਾ ਮੂਲ ਹੈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਸਾਡੇ ਪਰਮੇਸ਼ਰ ਹਨ, ਸਾਡੇ ਗੁਰੂ ਹਨ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਜੇ ਅਸੀਂ ਗੁਰੂ ਜੀ ਪਾਸੋਂ ਨਹੀਂ ਮੰਗਦੇ, ਕਿਸੇ ਹੋਰ ਪਾਸੋਂ ਜਾ ਕੇ ਮੰਗਦੇ ਆ, ਸਾਨੂੰ ਮਿਲਣਾ ਤਾਂ ਕੀ ਹੈ, ਸਾਡਾ ਸਮਾਂ ਹੀ ਬਰਬਾਦ ਹੋਏਗਾ, ਜ਼ਿੰਦਗੀ ਬਰਬਾਦ ਹੋਏਗੀ। ਜੋ ਠਾਕੁਰ ਸਦ ਸਦਾ ਹਜੂਰੇ, ਤਾਂ ਕੋ ਅੰਦਾ ਜਾਣਤ ਦੂਰੇ। ਜੋ ਠਾਕੁਰ ਸਦ ਸਦਾ ਹਜੂਰੇ, ਜੋ ਹਰ ਵੇਲੇ ਇਹਦੇ ਅੰਗ ਸੰਗ ਰਹਿੰਦਾ ਹੈ, ਜਿਹੜਾ ਪਰਮਾਤਮਾ ਇਹਦੇ ਹਮੇਸ਼ਾ ਹੀ ਅੰਗ ਸੰਗ ਹੈ, ਤਾਂ ਕੋ ਅੰਧਾ ਜਾਣਤ ਦੂਰੇ। ਇਹ ਅੰਨਾ ਮਨੁੱਖ ਉਹ ਪਰਮੇਸ਼ਰ ਨੂੰ ਆਪਣੇ ਤੋਂ ਕਿਤੇ ਦੂਰ ਬੈਠਾ ਸਮਝਦਾ ਹੈ। ਜਾ ਕੀ ਟਹਿਲ ਪਾਵੈ ਦਰਗਹਿ ਮਾਨ, ਤਿਸ ਹੈ ਬਿਸਾਰੈ ਮੁਗਧ ਅਜਾਨ। ਜਾ ਕੀ ਟਹਿਲ ਪਾਵੇ ਦਰਗਹਿ ਮਾਨ, ਜਿਹੜੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਸੇਵਾ ਕੀਤਿਆਂ ਦਰਗਾਹ ਵਿੱਚ ਆਦਰ ਮਿਲਦਾ ਹੈ, ਮਾਣ ਮਿਲਦਾ ਹੈ, ਤਿਸ ਹੈ ਵਿਸਾਰੈ ਮੁਗਧ ਅਜਾਨ। ਇਹ ਮੂਰਖ ਤੇ ਅਣਜਾਣ ਜੀਵ ਉਸ ਪਰਮਾਤਮਾ ਨੂੰ ਵਿਸਾਰੀ ਬੈਠਾ ਹੈ, ਉਹ ਪਰਮਾਤਮਾ ਨੂੰ ਭੁੱਲੀ ਬੈਠਾ ਹੈ। ਸਦਾ ਸਦਾ ਇਹੋ ਭੂਲਣ ਹਾਰ, ਨਾਨਕ ਰਾਖਣ ਹਾਰ ਅਪਾਰ। ਪਰ ਮਹਾਰਾਜ ਕਹਿੰਦੇ ਇਹ ਜੀਵ ਸਦਾ ਹੀ ਗਲਤੀਆਂ ਕਰਨ ਵਾਲਾ ਹੈ, ਸਦਾ ਹੀ ਭੁੱਲਾਂ ਕਰਦਾ ਹੈ। ਨਾਨਕ ਰਾਖਣ ਹਾਰ ਅਪਾਰ, ਉਹ ਪਰਮੇਸ਼ਰ ਹੀ ਕਿਰਪਾ ਕਰ ਦੇਵੇ, ਉਹ ਰੱਖਿਆ ਕਰਨ ਵਾਲਾ ਪ੍ਰਮਾਤਮਾ ਹੀ ਮਿਹਰ ਕਰ ਦੇਵੇ। ਉਹ ਬੇਅੰਤ ਤੋਂ ਭਾਵ ਹੈ ਅਪਾਰ ਬੇਅੰਤ। ਉਹ ਅਕਾਲ ਪੁਰਖ ਵਾਹਿਗੁਰੂ ਜੀ ਇਹਦੇ ਤੇ ਕਿਰਪਾ ਕਰ ਦੇਵੇ, ਇਹਦੇ ਔਗਣ ਬਖਸ਼ ਲੇਵੇ। ਉਹ ਬਖਸ਼ਣਹਾਰ ਇੰਨਾ ਦਿਆਲੂ ਹੈ, ਜਦੋਂ ਜੀਵ ਇੱਕ ਵਾਰ ਰੋ ਕੇ ਵਾਹਿਗੁਰੂ ਅੱਗੇ ਅਰਦਾਸ ਕਰਦਾ ਹੈ, ਮੱਥਾ ਟੇਕਦਾ ਹੈ, ਮਹਾਰਾਜ ਪਿਛਲੀਆਂ ਗਲਤੀਆਂ ਨੂੰ ਭੁੱਲ ਜਾਓ, ਸਾਡੀਆਂ ਗਲਤੀਆਂ ਨੂੰ ਨਾ ਚਿਤਾਰਿਓ, ਅਸੀਂ ਭੁੱਲਣਹਾਰ ਹਾਂ। ਮਹਾਰਾਜ ਕਹਿੰਦੇ ਨਾਨਕ ਰਾਖਣ ਹਾਰ ਅਪਾਰ। ਉਹ ਬੇਅੰਤ ਅਕਾਲ ਪੁਰਖ ਵਾਹਿਗੁਰੂ, ਰੱਖਿਆ ਕਰਨ ਵਾਲਾ ਵਾਹਿਗੁਰੂ ਇਹਦੇ ਔਗਣ ਨਹੀਂ ਦੇਖਦਾ। ਪਰ ਕਿਤੇ ਸ਼ਰਧਾ ਨਾਲ ਅਰਦਾਸ ਕਰੀ, ਫਿਰ ਮਹਾਰਾਜ ਤੇਰੇ ਔਗਣ ਨਹੀਂ ਤੱਕਣਗੇ। ਰਤਨ ਤਿਆਗ ਕੌਡੀ ਸੰਗ ਰਚੈ, ਸਾਚ ਛੋੜ ਝੂਠ ਸੰਗ ਮਚੈ। ਰਤਨ ਤਿਆਗ ਕੌਡੀ ਸੰਗ ਰਚੈ, ਮਾਇਆ ਧਾਰੀ ਜੀਵ ਨਾਮ ਰਤਨ ਛੱਡ ਕੇ
ਮਾਇਆ ਰੂਪ ਕੋਡੀ ਨਾਲ ਖੁਸ਼ ਫਿਰਦਾ ਹੈ। ਇਹ ਰਤਨ ਰੂਪੀ ਨਾਮ ਨੂੰ ਛੱਡ ਕੇ, ਜਿਹੜੇ ਰਤਨ ਦਾ ਕੋਈ ਮੁੱਲ ਨਹੀਂ ਸੀ, ਇਹ ਕੋਡੀਆਂ ਦੇ ਵਿੱਚ ਖੁਸ਼ ਹੋਇਆ ਫਿਰਦਾ ਹੈ। ਇਹ ਮਾਇਆ ਦੇ ਵਿੱਚ ਖੁਸ਼ ਹੋਇਆ ਫਿਰਦਾ ਹੈ। ਇਹ ਆਪਣੇ ਪਰਿਵਾਰ ਦੇ ਵਿੱਚ ਖੁਸ਼ ਹੋਇਆ ਫਿਰਦਾ ਹੈ। ਇਹ ਕਿਸੇ ਨੂੰ ਤੰਗ ਕਰਕੇ ਖੁਸ਼ ਹੁੰਦਾ ਹੈ, ਕੋਡੀਆਂ ਦੇ ਬਦਲੇ ਖੁਸ਼ ਹੁੰਦਾ। ਪਰ ਯਾਦ ਰੱਖੀ, ਨਾਮ ਰਤਨ ਨੂੰ ਛੱਡ ਕੇ ਕੋਡੀਆਂ ਦੇ ਬਦਲੇ ਖੁਸ਼ ਹੋਣ ਵਾਲੇ ਸਾਚ ਛੋੜ ਝੂਠ ਸੰਗ ਮਚੈ। ਸੱਚੇ ਪਦਾਰਥਾਂ ਨੂੰ ਛੱਡ ਕੇ ਨਾਸਵੰਤ ਪਦਾਰਥਾਂ ਨਾਲ ਖੁਸ਼ ਹੋਣ ਵਾਲੇ ਮਨਾ, ਤੂੰ ਦੁਖੀ ਹੋਏਗਾ, ਤੂੰ ਸੁਖੀ ਨਹੀਂ ਰਹਿ ਸਕਦਾ। ਭਗਤ ਕਬੀਰ ਸਾਹਿਬ ਜੀ ਦਾ ਇੱਕ ਬਚਨ ਹੈ। ਭਗਤ ਕਬੀਰ ਸਾਹਿਬ ਕਹਿੰਦੇ, ਕਬੀਰ ਏਕ ਅਚੰਭੋ ਦੇਖਿਓ ਹੀਰਾ ਹਾਟ ਬਤਾਏ। ਕਹਿੰਦੇ ਮੈਂ ਇੱਕ ਅਚੰਭਾ ਦੇਖਿਆ, ਇੱਕ ਵੱਖਰੀ ਗੱਲ ਦੇਖੀ ਹੈ। ਕਿਹੜੀ? ਬਈ ਹੀਰਿਆਂ ਦੀ ਦੁਕਾਨ ਹੈ। ਇੱਕ ਵਪਾਰੀ ਉਹ ਦੁਕਾਨ ਤੇ ਹੀਰਾ ਖਰੀਦਣ ਵਾਸਤੇ ਗਿਆ। ਹੀਰਿਆਂ ਦਾ ਵਪਾਰੀ ਹੀਰਾ ਖਰੀਦਣ ਵਾਸਤੇ ਗਿਆ। ਏਕ ਅਚੰਭੋ ਦੇਖਿਓ ਹੀਰਾ ਹਾਟ ਬਤਾਏ, ਬਣਜਣ ਹਾਰੇ ਬਾਹਰਾ ਕੌਡੀ ਬਦਲੇ ਜਾਏ। ਜਿਹੜਾ ਹੀਰਾ ਖਰੀਦਣ ਗਿਆ, ਉਹ ਸੇਠ ਨੂੰ ਕਹਿਣ ਲੱਗਾ, ਸੇਠ ਜੀ ਇਹ ਤਾਂ ਮੇਰੇ ਬਾਹਰੀ ਗੱਲ ਹੈ, ਬੜਾ ਮਹਿੰਗਾ ਹੀਰਾ ਹੈ। ਕਹਿੰਦੇ ਉਹ ਸੇਠ ਦਾ ਮਨ ਦੇਖੋ ਕਿਹੋ ਜਿਹਾ ਹੋ ਗਿਆ। ਕਹਿੰਦਾ ਕੋਈ ਗੱਲ ਨਹੀਂ, ਤੇਰੇ ਕੋਲ ਕੌਡੀਆਂ ਹੈ, ਤੂੰ ਮੈਨੂੰ ਕੌਡੀਆਂ ਦੇ ਦੇ, ਮੈਂ ਤੈਨੂੰ ਹੀਰਾ ਦੇ ਦਿੰਦਾ। ਇੱਥੇ ਸਮਝਣਾ ਕੀ ਹੈ, ਸੇਠ ਹਾਂ ਅਸੀਂ। ਮਹਾਰਾਜ ਨੇ ਸਾਨੂੰ ਸੇਠ ਬਣਾਇਆ, ਸਾਨੂੰ ਹੀਰਿਆਂ ਦਾ ਮਾਲਕ ਬਣਾਇਆ ਹੈ। ਸਾਨੂੰ ਇਹ ਸਵਾਸਾਂ ਰੂਪੀ ਹੀਰੇ ਦਿੱਤੇ, ਬੜੇ ਮਹਿੰਗੇ ਹੀਰੇ। ਪਰ ਮਹਾਰਾਜ ਕਹਿੰਦੇ ਇਹ ਸੇਠ ਕਿੰਨਾ ਬੇਈਮਾਨ ਹੈ, ਇਹਨੂੰ ਐਨੇ ਮਹਿੰਗੇ ਹੀਰੇ ਤਾਂ ਮਿਲ ਗਏ, ਪਰ ਇਹਨੇ ਹੀਰਿਆਂ ਦੀ ਕਦਰ ਨਹੀਂ ਜਾਣੀ। ਵਕਾਰਾਂ ਵਿੱਚ ਕੌਡੀਆਂ ਦੇ ਬਦਲੇ ਇਹਨੇ ਸਾਰੇ ਹੀ ਹੀਰੇ ਵੇਚ ਦਿੱਤੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇਹ ਮਹਿੰਗੇ ਸੀ ਹੀਰੇ ਸਵਾਸ, ਪਰ ਇਹਨੇ ਸਵਾਸ ਵਿਕਾਰ ਭਾਵ ਕੌਡੀਆਂ ਦੇ ਬਦਲੇ ਗਵਾ ਦਿੱਤੇ। ਮਹਾਰਾਜ ਕਹਿੰਦੇ ਰਤਨ ਤਿਆਗ ਕੌਡੀ ਸੰਗ ਰਚੈ। ਰਤਨ ਛੱਡ ਕੇ, ਨਾਮ ਛੱਡ ਕੇ, ਇਹ ਮਾਇਆ ਦੀਆਂ ਕੌਡੀਆਂ ਦੇ ਬਦਲੇ ਵਿੱਚ ਖੁਸ਼ ਹੋਈ ਫਿਰਦਾ ਹੈ। ਸਾਚ ਛੋੜ ਝੂਠ ਸੰਗ ਮਚੈ। ਸੱਚੇ ਪ੍ਰਭੂ ਨੂੰ ਛੱਡ ਕੇ ਨਾਸਵੰਤ ਹੋਣ ਵਾਲੇ ਪਦਾਰਥਾਂ ਵਿੱਚ ਹੀ ਰੁੱਝਿਆ ਪਿਆ ਹੈ। ਜੋ ਛੱਡਣਾ ਸੋ ਅਸਥਿਰ ਕਰ ਮਾਨੈ, ਜੋ ਹੋਵਨ ਸੋ ਦੂਰ ਪਰਾਨੈ। ਜਿਹੜੀ ਮਾਇਆ ਛੱਡ ਜਾਣੀ ਹੈ, ਉਸ ਨੂੰ ਸਦਾ ਅਟਲ ਸਮਝੀ ਬੈਠਾ ਹੈ। ਜੋ ਹੋਵਨ ਸੋ ਦੂਰ ਪਰਾਨੈ। ਜੋ ਮੌਤ ਜ਼ਰੂਰ ਵਾਪਰਨੀ ਹੈ, ਇਹਨੂੰ ਲੱਗਦਾ ਵੀ ਮੌਤ ਤਾਂ ਮੇਰੇ ਨੇੜੇ ਵੀ ਨਹੀਂ ਹੈ। ਉਹ ਮੌਤ ਦਾ ਖਿਆਲ ਮਨੋਂ ਹੀ ਵਸਾਰੀ ਬੈਠਾ ਹੈ। ਪਰ ਭਗਤ ਰਵਿਦਾਸ ਮਹਾਰਾਜ ਕਹਿੰਦੇ ਸੰਗ ਸਖਾ ਸਭ ਤੱਜ ਗਏ। ਵਾਹਿਗੁਰੂ ਜੀ ਤੇਰੇ ਸੰਗੀ ਸਾਥੀ ਜਾ ਰਹੇ ਨੇ। ਭਗਤ ਰਵਿਦਾਸ ਮਹਾਰਾਜ ਜੀਆਂ ਦਾ ਬਚਨ ਹੈ, ਸੰਗ ਚਲਤ ਹੈ ਹਮ ਭੀ ਚਲਣਾ, ਦੂਰ ਗਵਨ ਸਿਰ ਉਪਰ ਮਰਨਾ। ਤੇਰੇ ਉੱਤੇ ਮੌਤ ਮੰਡਰਾ ਰਹੀ ਹੈ। ਮੌਤ ਰੂਪੀ ਅਜਗਰ ਤੇਰੇ ਸਿਰ ਤੇ ਬੈਠਾ, ਪਤਾ ਨਹੀਂ ਕਿਹੜੇ ਵੇਲੇ ਡੰਗ ਮਾਰ ਦੇਵੇ। ਕਿਆ ਤੂੰ ਸੋਇਆ ਜਾਗ ਇਆਨਾ, ਤੈ ਜੀਵਨ ਜਗ ਸੱਚ ਕਰ ਜਾਨਾ। ਐ ਮੇਰਿਆ ਮਨਾ ਕਿਉਂ ਤੂੰ ਸੁੱਤਾ ਪਿਆ ਹੈ? ਕਿਉਂ ਨਹੀਂ ਤੂੰ ਉੱਠਦਾ? ਕਿਉਂ ਨਹੀਂ ਤੂੰ ਵਿਚਾਰਦਾ ਵੇ ਤੂੰ ਸੰਸਾਰ ਤੇ ਕੀ ਕਰਨ ਵਾਸਤੇ ਆਇਆ ਹੈ? ਤੂੰ ਆਪਣੇ ਜੀਵਨ ਨੂੰ ਸੱਚ ਮੰਨੀ ਬੈਠਾ ਹੈ। ਇਹਨਾਂ ਅੱਖਾਂ ਦੇ ਸਾਹਮਣੇ ਪਤਾ ਨਹੀਂ ਕਿੰਨੇ ਜੀਵ ਤੁਰ ਗਏ। ਇਹਨਾਂ ਅੱਖਾਂ ਦੇ ਨਾਲ ਪਤਾ ਨਹੀਂ ਕਿੰਨਿਆਂ ਦੀ ਅਰਥੀ ਨੂੰ ਸ਼ਮਸ਼ਾਨ ਘਾਟ ਜਾਂਦਿਆਂ ਦੇਖਿਆ ਹੈ। ਪਰ ਇਹ ਮਨ ਫਿਰ ਬੇਈਮਾਨ ਕਹਿੰਦਾ ਮੈਂ ਥੋੜੀ ਜਾਣਾ ਹੈ, ਫਲਾਨਾ ਸਿੰਘ ਚਲਾ ਗਿਆ, ਮੈਂ ਥੋੜੀ ਜਾਣਾ ਹੈ। ਇਹ ਮੌਤ ਨੂੰ ਸੱਚ ਮੰਨੀ ਬੈਠਾ ਹੈ। ਇਹ ਕਹਿੰਦਾ ਮੌਤ ਮੈਨੂੰ ਨਹੀਂ ਆਉਣੀ, ਇਹ ਮੌਤ ਦੂਜਿਆਂ ਨੂੰ ਆਉਂਦੀ ਹੈ। ਆਪਣੇ ਜਨਮ ਨੂੰ ਸੱਚ ਮੰਨੀ ਬੈਠਾ, ਮੌਤ ਨੂੰ ਝੂਠ ਮੰਨੀ ਬੈਠਾ। ਅਸਲ ਵਿੱਚ ਮਰਨਾ ਸੱਚ ਹੈ, ਜਿਉਣਾ ਝੂਠ ਹੈ। ਮਰਨਾ ਹੀ ਮਰਨਾ ਹੈ ਜਿਹੜਾ ਇਹ ਸੰਸਾਰ ਤੇ ਆਇਆ ਹੈ।
ਪਰ ਮਰਨ ਤੋਂ ਪਹਿਲਾਂ ਪਹਿਲਾਂ ਉਹ ਕੰਮ ਕਰ ਜਾਈਏ ਜਿਹੜੇ ਕੰਮ ਵਾਸਤੇ ਵਾਹਿਗੁਰੂ ਜੀ ਨੇ ਸੰਸਾਰ ਤੇ ਭੇਜਿਆ। ਜੋ ਛੋੜ ਜਾਏ ਤਿਸ ਕਾ ਸ਼ਰਮ ਕਰੈ, ਸੰਗ ਸਹਾਈ ਤਿਸ ਪਰ ਹਰੈ। ਉਸ ਧਨ ਪਦਾਰਥ ਦੀ ਖਾਤਰ ਨਿਤ ਖੱਜਲ ਕਰਦਾ ਫਿਰਦਾ ਹੈ। ਜਿਹੜੇ ਧਨ ਨੂੰ ਆਖਰਕਾਰ ਇਹਨੇ ਛੱਡ ਕੇ ਚਲਿਆ ਜਾਣਾ, ਜਿਹੜੇ ਧਨ ਨੇ ਇਹਦੇ ਨਾਲ ਨਹੀਂ ਜਾਣਾ, ਉਹ ਧਨ ਦੀ ਖਾਤਰ ਹਰ ਰੋਜ਼ ਖੱਜਲ ਹੁੰਦਾ ਹੈ, ਦੂਜਿਆਂ ਨਾਲ ਠੱਗੀਆਂ ਵੀ ਮਾਰਦਾ ਹੈ। ਪਰ ਇਹਦਾ ਮਨ ਇਹ ਨਹੀਂ ਸਮਝਦਾ ਬਈ ਇਹ ਧਨ ਤਾਂ ਆਖਰਕਾਰ ਇੱਥੇ ਹੀ ਰਹਿ ਜਾਣਾ। ਸੰਗ ਸਹਾਈ ਤਿਸ ਪਰ ਹਰੈ। ਜੋ ਪ੍ਰਭੂ ਇਸ ਦੇ ਨਾਲ ਰਾਖਾ ਹੈ, ਜਿਹਨੇ ਇਹਦੀ ਰੱਖਿਆ ਕਰਨੀ ਹੈ, ਜਿਹੜਾ ਅਸਲ ਧਨ ਹੈ, ਪਰਮਾਤਮਾ ਦੇ ਨਾਮ ਦੇ ਧਨ ਨੂੰ ਇਕੱਠਾ ਹੀ ਨਹੀਂ ਕਰਦਾ, ਉਹਨੂੰ ਵਿਸਾਰੀ ਬੈਠਾ ਹੈ। ਪਰ ਹਰੈ ਤੋਂ ਭਾਵ ਹੈ ਛੱਡੀ ਬੈਠਾ ਹੈ। ਚੰਦਨ ਲੇਪ ਉਤਾਰੈ ਧੋਏ, ਗਰਦਬ ਪ੍ਰੀਤ ਭਸਮ ਸੰਗ ਹੋਏ। ਮਹਾਰਾਜ ਕਹਿੰਦੇ ਚੰਦਨ ਨੂੰ ਜਿੰਨਾ ਮਰਜੀ, ਵਾਹਿਗੁਰੂ ਖੋਤੇ ਨੂੰ ਜਿੰਨਾ ਮਰਜੀ ਚੰਦਨ ਲਾ ਦਿਓ, ਜਿੰਨਾ ਮਰਜੀ ਚੰਦਨ ਦਾ ਲੇਪ ਕਰ ਦਿਓ, ਪਰ ਖੋਤੇ ਦਾ ਸੁਭਾਅ ਹੈ, ਉਹਨੂੰ ਸਵਾਹ ਚੰਗੀ ਲੱਗਦੀ ਹੈ, ਮਿੱਟੀ ਚੰਗੀ ਲੱਗਦੀ ਹੈ, ਉਹਨੂੰ ਚੰਦਨ ਨਹੀਂ ਚੰਗਾ ਲੱਗਦਾ। ਗਰਦਬ ਤੋਂ ਭਾਵ ਹੈ ਖੋਤਾ, ਪ੍ਰੀਤ ਤੋਂ ਭਾਵ ਹੈ ਪਿਆਰ, ਭਸਮ ਤੋਂ ਭਾਵ ਹੈ ਸਵਾਹ ਮਿੱਟੀ ਸੰਗ ਹੋਏ। ਖੋਤੇ ਦਾ ਪਿਆਰ ਸਵਾਹ ਦੇ ਨਾਲ ਹੀ ਹੈ, ਮਿੱਟੀ ਦੇ ਨਾਲ ਹੀ ਹੈ, ਗੰਦਗੀ ਦੇ ਨਾਲ ਹੀ ਹੈ। ਉਹਨੂੰ ਜਿੰਨਾ ਮਰਜੀ ਚੰਦਨ ਦਾ ਲੇਪ ਕਰ ਦਿਓ, ਉਹਨੂੰ ਸੋਹਣਾ ਨਹੀਂ ਲੱਗਦਾ। ਅੰਧਕੂਪ ਮਹਿ ਪਤਤ ਬਿਕਰਾਲ, ਨਾਨਕ ਕਾਢ ਲਿਹੋ ਪ੍ਰਭ ਦਿਆਲ। ਮਹਾਰਾਜ ਕਹਿੰਦੇ ਜੀਵ ਮਾਇਆ ਦੇ ਪਿਆਰ ਕਰਕੇ ਹਨੇਰੇ ਭਿਆਨਕ ਖੂਹ ਵਿੱਚ ਡਿੱਗੇ ਪਏ ਹਨ। ਇਹ ਜੀਵ ਦਾ ਵੀ ਮਾਇਆ ਨਾਲ ਪਿਆਰ ਹੈ, ਇਹਨੂੰ ਪਰਮਾਤਮਾ ਦਾ ਨਾਮ ਚੰਗਾ ਨਹੀਂ ਲੱਗਦਾ। ਜਿਵੇਂ ਖੋਤੇ ਨੂੰ ਚੰਦਨ ਦਾ ਲੇਪ ਨਹੀਂ ਚੰਗਾ ਲੱਗਦਾ, ਮਹਾਰਾਜ ਕਹਿੰਦੇ ਇਹ ਮਨੁੱਖ ਨੂੰ ਵੀ ਨਾਮ ਦਾ ਪਿਆਰ ਨਹੀਂ ਚੰਗਾ ਲੱਗਦਾ, ਇਹਨੂੰ ਨਾਮ ਦੇ ਨਾਲ ਪਿਆਰ ਨਹੀਂ ਪੈਂਦਾ। ਨਾਨਕ ਕਾਢ ਲਿਹੋ ਪ੍ਰਭ ਦਿਆਲ। ਇਹ ਪਰਮਾਤਮਾ ਜੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਹੇ ਦਿਆਲ ਪ੍ਰਭੂ ਜੀ, ਹੇ ਵਾਹਿਗੁਰੂ ਜੀ, ਤੁਸੀਂ ਆਪ ਹੀ ਕਿਰਪਾ ਕਰੋ, ਸਾਨੂੰ ਇਹ ਮਾਇਆ ਦੇ ਖੂਹ ਵਿੱਚੋਂ ਕੱਢ ਲਓ, ਸਾਨੂੰ ਵੀ ਤੁਹਾਡਾ ਨਾਮ ਚੰਗਾ ਲੱਗ ਜਾਏ। ਗੁਰਮੁਖੋ, ਇਹ ਸਨ ਜੋ ਆਪ ਜੀ ਨੇ ਸ਼੍ਰੀ ਸੁਖਮਨੀ ਸਾਹਿਬ ਜੀ ਦੀ ਚੌਥੀ ਅਸ਼ਟਪਦੀ ਦੇ ਪਹਿਲੇ 4 ਬੰਦਾਂ ਦੀ ਵਿਚਾਰ ਸਰਵਣ ਕੀਤੀ ਹੈ। ਮਹਾਰਾਜ ਨੇ ਕਿਵੇਂ ਸਾਡੇ ਤੇ ਬਖਸ਼ਿਸ਼ ਕੀਤੀ ਹੈ ਬਈ ਉਹ ਅਕਾਲ ਪੁਰਖ ਵਾਹਿਗੁਰੂ ਜੀ ਨੇ ਇਹਨੂੰ ਇੰਨਾ ਸੁੰਦਰ ਸਰੀਰ ਦੇ ਕੇ ਸੰਸਾਰ ਤੇ ਭੇਜਿਆ। ਖਾਣ ਵਾਸਤੇ 36 ਪ੍ਰਕਾਰ ਦੇ ਭੋਜਨ ਦਿੰਦਾ ਹੈ, ਪਹਿਨਣ ਵਾਸਤੇ ਕੱਪੜੇ ਦਿੰਦਾ, ਹਰ ਇੱਕ ਸੁੱਖ ਸਹੂਲਤ ਦਿੱਤੀ ਹੈ। ਪਰ ਇਹ ਜੀਵ ਫਿਰ ਵੀ ਪਰਮਾਤਮਾ ਨੂੰ ਯਾਦ ਨਹੀਂ ਕਰਦਾ, ਫਿਰ ਵੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਨਹੀਂ ਜਪਦਾ। ਗੁਰਮੁਖੋ, ਆਪਣੀ ਜ਼ਿੰਦਗੀ ਅੰਦਰ ਵਾਹਿਗੁਰੂ ਜੀ ਦਾ ਨਾਮ ਲੈ ਕੇ ਆਓ, ਹਮੇਸ਼ਾ ਹੀ ਪਰਮਾਤਮਾ ਨੂੰ ਯਾਦ ਕਰੋ। ਪਰਮਾਤਮਾ ਦੇ ਨਾਮ ਨੇ ਹੀ ਸਾਨੂੰ ਸੰਸਾਰ ਤੋਂ ਤਾਰਨਾ ਹੈ, ਉਹਨੇ ਹੀ ਦਰਗਾਹ ਵਿੱਚ ਸਾਡਾ ਮੁਖ ਉਜਲਾ ਕਰਨਾ ਹੈ। ਵਿਚਾਰ ਕਰਦੇ ਸਮੇਂ ਇੱਕ ਨਹੀਂ ਬੇਅੰਤ ਭੁੱਲਾਂ ਹੋ ਗਈਆਂ, ਅਣਜਾਣ ਬੱਚੇ ਸਮਝ ਕੇ ਮਾਫ ਕਰਿਓ ਜੀ। ਜੀਵ ਭੁੱਲਣਹਾਰ ਹੈ, ਪੂਰੇ ਸਤਿਗੁਰ ਜੀ ਦੀ ਵਿਚਾਰ ਕੋਈ ਵੀ ਅਧੂਰਾ ਮਨੁੱਖ ਨਹੀਂ ਕਰ ਸਕਦਾ। ਵਿਚਾਰ ਕਰਦੇ ਸਮੇਂ ਇੱਕ ਨਹੀਂ ਬੇਅੰਤ ਭੁੱਲਾਂ ਹੋ ਗਈਆਂ। ਗੁਰੂ ਵਾਲੇ ਬਣੋ, ਅੰਮ੍ਰਿਤ ਛਕੋ ਜੀ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।